पंजाब नौ टीवी देख रहे दर्शकों का स्वागत है। श्री ननकाना साहब साके ਦੇ ਸ਼ਹੀਦ ਹੋਏ ਭਾਈ ਲక్ష్మణ ਸਿੰਘ ਤੇ ਹੋਰਨਾਂ ਸਿੱਖਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਹਨਾਂ ਦੀ ਯਾਦ ਵਿੱਚ ਗੁਰਦਾਸਪੁਰ ਦੇ ਪਿੰਡ ਗੋਦਰਪੁਰਾ ਵਿਖੇ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਚੱਲਦੇ 3 ਦਿਨਾਂ ਦੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸ਼ਹੀਦ ਭਾਈ ਲక్ష్మణ ਸਿੰਘ ਜੀ ਦੇ ਪਰਿਵਾਰ ਤੋਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੜਦਾਦਾ ਸ਼ਹੀਦ ਲక్ష్మణ ਸਿੰਘ ਦੇ ਭਰਾ ਸਨ ਅਤੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹਨਾਂ ਦਾ ਪਰਿਵਾਰ ਇੱਥੇ ਗੁਰਦਾਸਪੁਰ ਦੇ ਪਿੰਡ ਗੋਦਰਪੁਰਾ ਵਿੱਚ ਆ ਵਸਿਆ ਸੀ ਅਤੇ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਭਾਈ ਲక్ష్మణ ਸਿੰਘ ਜੀ ਦੀ ਧਰਮ ਪਤਨੀ ਇੰਦਰ ਕੌਰ ਵੀ ਇਸੇ ਪਿੰਡ ਵਿੱਚ ਹੀ ਰਹਿੰਦੇ ਹਨ ਅਤੇ ਭਾਰਤ ਪਾਕਿਸਤਾਨ ਦੀ ਵੰਡ ਬਾਅਦ ਲਗਾਤਾਰ ਉਹਨਾਂ ਦਾ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਉਹਨਾਂ ਦੀ ਯਾਦ ਵਿੱਚ ਇੱਥੇ ਧਾਰਮਿਕ ਸਮਾਗਮ ਕਰਵਾਉਂਦੇ ਰਹੇ ਹਨ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਪੰਥ ਨੇ 100 ਸਾਲ ਇਸ ਸਾਕੇ ਨੂੰ ਯਾਦ ਨਹੀਂ ਕੀਤਾ ਅਤੇ 100 ਸਾਲ ਬਾਅਦ ਹੁਣ ਇਸ ਵਾਰ 21 ਫਰਵਰੀ 2021 ਨੂੰ 100 ਸਾਲ ਹੋਣ ਜਾ ਰਹੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਪਿੰਡ 'ਚ 3 ਦਿਨਾਂ ਦੇ ਧਾਰਮਿਕ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਸਿੱਖ ਜਥੇ ਨੂੰ ਪਾਕਿਸਤਾਨ ਤੋਂ ਰੋਕ ਲਗਾਈ ਹੈ ਉਹ ਬਹੁਤ ਮੰਦਭਾਗੀ ਹੈ ਅਤੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਸਿੱਖਾਂ ਨਾਲ ਵਿਰੋਧੀ ਰਹੀ ਹੈ। ਇਸ ਦੇ ਨਾਲ ਹੀ ਸਮਾਗਮ ਵਿੱਚ ਪਹੁੰਚੇ ਸਿੱਖ ਪ੍ਰਚਾਰਕਾਂ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਭਾਈ ਲక్ష్మణ ਦੇ ਇਤਿਹਾਸ ਬਾਰੇ ਚਾਨਣਾ ਪਾਈ ਗਈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 3 ਦਿਨਾਂ ਦੇ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ ਹੋ ਗਏ ਹਨ ਜੋ 19 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਚੱਲਣਗੇ ਅਤੇ ਇੱਕ ਦਿਨ 20 ਫਰਵਰੀ ਨੂੰ ਇਸਤਰੀ ਗੁਰਮਤਿ ਸੰਮੇਲਨ ਹੋਵੇਗਾ ਜਿਸ ਵਿੱਚ ਪੰਜਾਬ ਅਤੇ ਹੋਰਨਾਂ ਦੇਸ਼ ਦੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਇਸਤਰੀਆਂ ਸ਼ਾਮਲ ਹੋਣਗੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ ਅਤੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਜਾਵੇਗਾ ਅਤੇ ਆਖਰੀ ਦਿਨ 21 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਵੇਗੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ SGPC ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਇੱਥੇ ਨਤਮਸਤਕ ਹੋਣਗੇ। ਇਸ ਦੇ ਨਾਲ ਹੀ ਜੋ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਜਥਾ ਰਵਾਨਾ ਹੋਣ ਤੋਂ ਪਹਿਲਾਂ ਜਥੇ ਤੇ ਰੋਕ ਲਗਾਈ ਉਸ ਨੂੰ ਮੰਦਭਾਗੀ ਘਟਨਾ ਦੱਸਿਆ ਜਾ ਰਿਹਾ ਹੈ। ਪੰਜਾਬ ਨੌ ਟੀਵੀ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ। देखो बहुत ही इतिहासक दिहाड़ा साडे वास्ते खास करके सिख कौम लई ते श्रोमणी गुरुद्वारा प्रबंधक कमेटी श्रोमणी अकाली दल वास्ते ਜਿਹੜੀਆਂ ਸਾਡੇ महान शहीदां ने कुर्बानियां कीतियां ते खास तौर ते ਜਿਹੜੇ ਮੋਹਰੀ बन के जथे लैके गए सी भाई लक्ष्मण सिंह जी धारोवाली वर्गे सरदार करतार सिंह जी झब्बर वर्गे सरदार तेजा सिंह जी वर्गे सरदार टहल सिंह जी वर्गे सरदार दलीप सिंह जी वर्गे ਜਿਹੜੇ ਜਥਿਆਂ ਦੇ रूप में आगू बन के गए सी ਤੇ ਉਹਨਾਂ ਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੇ ਬਜ਼ੁਰਗਾਂ ਨੇ ਉੱਥੇ ਸ਼ਹੀਦੀਆਂ ਪਾ ਦਿੱਤੀਆਂ। ਕਾਹਦੇ ਵਾਸਤੇ ਪਾਈਆਂ ਕਿ ਜੋ ਗੁੰਡਾਗਰਦੀ ਨਨਕਾਣਾ ਸਾਹਿਬ ਦੇ ਗੁਰਦੁਆਰਾ 'ਚ ਹੋ ਰਹੀ ਸੀ, ਜੋ ਉੱਥੇ ਬਦਮਾਸ਼ੀ ਹੋ ਰਹੀ ਸੀ, ਜੋ ਉੱਥੇ ਧੀਆਂ ਭੈਣਾਂ ਦੀ ਅਸ਼ਲੀਲ ਹਰਕਤ ਕੀਤੀ ਜਾਂਦੀ ਸੀ, ਜੋ ਸਾਡਾ ਉੱਥੇ ਗੁਰਮਤਿ ਦਾ ਕਲਚਰ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਸੀ ਔਰ ਉਹ ਅੰਗਰੇਜ਼ਾਂ ਦੇ ਪਿੱਠੂ ਉਹ ਮਸੰਦ ਜਿਹੜੇ ਸਨ ਉੱਥੋਂ ਕੇਵਲ ਤੇ ਕੇਵਲ ਪੈਸਾ ਇਕੱਠਾ ਕਰਕੇ ਅੰਗਰੇਜ਼ਾਂ ਤੱਕ ਪਹੁੰਚਾਉਂਦੇ ਸਨ। ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਅਤੇ ਉੱਥੇ ਜਾ ਕੇ ਸਾਡੇ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਜਿਸ ਢੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਦਿਲ ਕੰਬਾਊ ਇੱਕ ਘਟਨਾ ਬਣ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਗੋਲੀਆਂ ਨਾਲ ਭੁੰਨ ਦੇਣਾ, ਫਿਰ ਉਹਨਾਂ ਦੇ ਅੰਗ ਕੱਟ ਕੇ ਢੇਰ ਲਾ ਕੇ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਫਿਰ ਜਿੰਦਾ ਸਾੜਨੀਆਂ ਤੇ ਵੱਡੇ ਤੋਂ ਲੈ ਕੇ ਛੋਟੇ ਬੱਚੇ ਨੂੰ ਨਹੀਂ ਬਖਸ਼ਿਆ। 8 ਸਾਲ ਦਾ ਬੱਚਾ ਦਰਬਾਰਾ ਸਿੰਘ ਜਿਹੜਾ ਉੱਥੇ ਸ਼ਹੀਦ ਕਰ ਦਿੱਤਾ ਗਿਆ ਤੇ ਕਹਿੰਦੇ ਜਦੋਂ ਲਾਸ਼ਾਂ ਇਕੱਠੀਆਂ ਕਰ ਰਹੇ ਸਨ ਤੇ ਉਹਦਾ ਦਾਦਾ ਕਹਿੰਦਾ ਕਿ ਬਾਕੀ ਵੀ ਮੇਰੇ ਪੁੱਤ ਦੀਆਂ ਉਂਗਲਾਂ ਲੱਭ ਗਈਆਂ ਤੇ ਕਿਤੇ ਛੋਟੀਆਂ ਦੇਖੋ ਮੇਰੇ ਪੋਤਰੇ ਦੀ ਵੀ ਕੋਈ ਉਂਗਲ ਦਿਸਦੀ ਕਿ ਨਹੀਂ ਦਿਸਦੀ। ਆਪਣੇ ਪੋਤਰੇ ਦੀਆਂ ਉਂਗਲਾਂ ਲੱਭਦਾ ਫਿਰਦਾ ਸੀ ਕਿ ਮੇਰੇ ਛੋਟੀਆਂ ਉਂਗਲਾਂ ਮੇਰੇ ਪੋਤਰੇ ਦੀਆਂ ਹੋਣੀਆਂ। ਸੋ ਇਹੋ ਜਿਹਾ ਸੀਨ ਜਦੋਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਲਿਆਉਂਦੇ ਹਾਂ ਤੇ ਸੱਚੀ ਜਾਣਿਓ ਧਰਤੀ ਪੈਰਾਂ ਥੱਲੋਂ ਨਿਕਲ ਜਾਂਦੀ ਹੈ ਤੇ ਗੌਰਵਮਈ ਇਤਿਹਾਸ ਉੱਤੇ ਮਾਣ ਵੀ ਹੁੰਦਾ ਹੈ ਕਿ ਸਾਡਾ ਇਤਿਹਾਸ ਐਡਾ ਗੌਰਵਮਈ ਹੈ ਕਿ ਸਾਡੀ ਕੌਮ ਕਦੀ ਕਮਜ਼ੋਰ ਨਹੀਂ ਹੋ ਸਕਦੀ ਜੇ ਆਪਣੇ ਇਤਿਹਾਸ ਨੂੰ ਵਾਰ-ਵਾਰ ਦੁਹਰਾਉਂਦੀ ਰਹੇ ਤੇ ਆਪਣੇ ਇਤਿਹਾਸਕ ਦਿਹਾੜੇ ਨੂੰ ਮਨਾਉਂਦੀ ਰਹੇ। ਸੋ 100 ਸਾਲ ਹੋ ਗਿਆ ਇਸ ਇਤਿਹਾਸਕ ਦਿਹਾੜੇ ਨੂੰ, ਉਸ ਨੂੰ ਅਸੀਂ ਸੰਸਾਰ ਪੱਧਰ ਦੇ ਉੱਤੇ ਜਾਗਰੂਕ ਇਸ ਲਈ ਕੀਤਾ ਕਿ ਕੌਮ ਦੇ ਵਾਰਸੋ ਤੁਹਾਡੇ ਬਜ਼ੁਰਗਾਂ ਨੇ ਇਸ ਸਿੱਖੀ ਦੀ ਫੁਲਵਾੜੀ ਨੂੰ ਆਪਣੇ ਖੂਨ ਨਾਲ ਸਿੰਜਿਆ ਸੀਗਾ, ਆਪਣੇ ਸੀਨੇ ਦੀ ਮਿੱਝ ਪਾ ਕੇ ਖੁਰਾਕ ਦਿੱਤੀ ਸੀ। ਕਿਤੇ ਵੇਖਿਓ
ਅਵੇਸਲੇ ਨਾ ਹੋ ਜਾਇਓ, ਆਪਣੀ ਕੌਮ ਦੀ ਬਦਨਾਮੀ ਨਾ ਕਰਾਇਓ। ਆਪਣੀ ਕੌਮ ਜੂਝਦੀ ਰਹੀ ਹੈ, ਆਪਣੀ ਕੌਮ ਨੂੰ ਇਸ ਦਾ ਬਲਵਾਨ ਰੱਖਿਓ। ਤੇ ਮੈਂ ਸਮਝਦੀ ਹਾਂ ਕਿ ਇਤਿਹਾਸ ਗਵਾਹ, ਇਤਿਹਾਸ ਆਪਣੇ ਆਪ ਨੂੰ ਸਮੇਂ ਨਾਲ ਦੁਹਰਾਉਂਦਾ ਹੈ। ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨਾਂ ਦਾ ਮੋਰਚਾ ਲੱਗਾ ਦਿੱਲੀ ਦੇ ਵਿੱਚ, ਉੱਥੇ ਸਭ ਤੋਂ ਅੱਗੇ ਹੋ ਕੇ ਜੇ ਉੱਥੇ ਕੁਰਬਾਨੀ ਕਰ ਰਹੇ ਆ ਵੱਡੀ ਗਿਣਤੀ ਵਿੱਚ, ਤੇ ਪੰਜਾਬੀ ਕਰ ਰਹੇ ਆ, ਸੂਰਮੇ ਕਰ ਰਹੇ ਆ, ਖਾਸ ਕਰਕੇ ਸਿੱਖ ਹੀ ਸਿੱਖ ਨਜ਼ਰ ਆਉਂਦੇ ਆ। ਇਹਦਾ ਮਤਲਬ ਜਦੋਂ ਅਣਖ ਤੇ ਗੈਰਤ ਨੂੰ ਕਦੇ ਹੱਥ ਪੈ ਜਾਏ, ਉਸ ਵੇਲੇ ਪੰਜਾਬੀ ਤੇ ਇਹ ਸਿੱਖ ਜਿਹੜੇ ਆ ਉਹ ਕਦੇ ਅੱਗੇ ਨਹੀਂ ਹੁੰਦੇ। ਕੀ ਕਾਰਨ ਰਹਿ ਜਾਂਦਾ ਫਿਰ ਇੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ, ਦੇਸ਼ ਵਾਸਤੇ ਵੀ, ਆਪਣੀ ਕੌਮ ਵਾਸਤੇ ਵੀ, ਦੂਸਰੀਆਂ ਕੌਮਾਂ ਵਾਸਤੇ ਵੀ, ਪਰ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਜਾਂ ਪਿਛਲੀਆਂ ਸਰਕਾਰਾਂ ਨੇ, ਉਹ ਪੰਜਾਬੀਆਂ ਨੂੰ ਪਿੱਛੇ ਪਾ ਜਾਂਦੀਆਂ ਨੇ, ਇਗਨੋਰ ਕਰ ਜਾਂਦੀਆਂ। ਇਹ ਸਰਕਾਰਾਂ ਦੀ ਮਾੜੀ ਸੋਚ ਹੈ। ਇਹ ਬੇਇਨਸਾਫੀ ਦਾ ਇਤਿਹਾਸ ਸਮੇਂ ਨਾਲ ਚੱਲਦਾ ਰਿਹਾ। ਅਸੀਂ ਆਪਣਾ ਕੰਮ ਕਰਨਾ ਹੈ, ਅਸੀਂ ਆਪਣੀ ਡਿਊਟੀ ਕਰਨੀ ਹੈ, ਅਸੀਂ ਆਪਣਾ ਗੌਰਵਮਈ ਇਤਿਹਾਸ ਦੁਹਰਾਉਂਦੇ ਰਹਿਣਾ। ਸਰਕਾਰਾਂ ਨੇ ਜਿਸ ਤਰ੍ਹਾਂ ਮੁਗਲਾਂ ਨੇ ਜ਼ੁਲਮ ਕੀਤੇ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਕੀਤੇ ਹੈ, ਕਿਉਂਕਿ ਸਿੱਖ ਕੌਮ ਇੱਕ ਜਾਗਦੀ ਜੋਤ ਹੈ। ਜਿਹੜਾ ਦੀਵਾ ਜਗਦਾ ਹੋਏਗਾ, ਜਿਹੜੀ ਲਾਲਟਨ ਜਗਦੀ ਹੋਏਗੀ, ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਨਗੇ। ਤੇ ਇਹਨੂੰ ਤਾਂ ਅਹਿਮਦ ਸ਼ਾਹ ਅਬਦਾਲੀ ਨਹੀਂ ਬੁਝਾ ਸਕਿਆ, ਇਹਨੂੰ ਮੁਗਲ ਨਹੀਂ ਬੁਝਾ ਸਕੇ, ਤੇ ਇਹ ਕੌਣ ਹੁੰਦੇ ਵਿਚਾਰੇ? ਜਦੋਂ ਉਦੋਂ ਨਹੀਂ ਸਿੱਖ ਤੇ ਮਰੇ ਜਦੋਂ ਕਿ ਸਿੱਖ ਜਿਹੜੇ ਘੋੜਿਆਂ ਚੜ੍ਹ ਕੇ ਜੰਗਲਾਂ ਵਿੱਚ ਰਹਿੰਦੇ ਸੀਗੇ, ਪੱਤੇ ਖਾ ਖਾ ਗੁਜ਼ਾਰਾ ਕਰਦੇ ਸੀ। ਹੁਣ ਦੇ ਸਿੰਘ ਬੜੀ ਵੱਡੀ ਗਿਣਤੀ 'ਚ। ਸੋ ਇਸ ਕਰਕੇ ਦੁਬਾਰਾ ਤੁਸੀਂ ਪ੍ਰਧਾਨ ਮੰਤਰੀ ਨੂੰ ਤੇ ਅਮਿਤ ਸ਼ਾਹ ਨੂੰ ਦੁਬਾਰਾ ਤੁਸੀਂ ਚਿੱਠੀ ਲਿਖੀ ਸੀ, ਉਹਦਾ ਕੋਈ ਰਿਵਰਟ ਆਇਆ ਜੀ ਦੁਬਾਰਾ? ਦੇਖੋ, ਮੈਂ 17 ਨਵੰਬਰ ਨੂੰ ਵੀ ਲਿਖੀ, 17 ਫਰਵਰੀ ਨੂੰ ਵੀ ਲਿਖੀ ਸੀ, ਪਰ ਉਹਦਾ ਇਹ ਆਇਆ ਸੀਗਾ ਕਿ ਜਵਾਬ ਨਾ ਵਿੱਚ ਆ ਗਿਆ ਸੀਗਾ ਤੇ ਸਾਨੂੰ ਜਾਣ ਤੋਂ ਰੋਕ ਦਿੱਤਾ। ਫਿਰ ਅਸੀਂ 18 ਨੂੰ ਵੀ ਲਿਖੀ ਕਿ ਅੱਜ ਹੀ ਸਾਨੂੰ ਇਜਾਜ਼ਤ ਦੇ ਦਿਓ, ਅਸੀਂ 19 ਨੂੰ ਚੱਲ ਜਾਵਾਂਗੇ। ਫਿਰ 19 ਨੂੰ ਵੀ ਕੱਲ੍ਹ ਲਿਖੀ, ਔਰ ਇੱਥੋਂ ਤੱਕ ਕਿ ਅਸੀਂ ਉਹਨਾਂ ਨੂੰ ਮੈਂ 8 ਕਿਤਾਬਾਂ ਵੀ ਭੇਜੀਆਂ ਕਿ ਇਹ ਇਤਿਹਾਸ ਇੱਕ ਵਾਰੀ ਫਿਰ ਨਜ਼ਰਸਾਨੀ ਕਰ ਲਓ, ਇਸ ਇਤਿਹਾਸ ਨੂੰ ਵੇਖ ਲਓ ਕਿ ਜਿਹੜੀ ਅਸੀਂ ਮੰਗ ਰੱਖੀ ਹੈ ਉਹ ਜਾਇਜ਼ ਸੀ ਕਿ ਨਹੀਂ ਸੀ ਜਾਇਜ਼। ਇਹ ਸਾਡਾ ਇਤਿਹਾਸ ਕਿੰਨਾ ਗੌਰਵਮਈ ਹੈ, ਉਹ ਇਹ ਸਾਕਾ 100 ਸਾਲਾ ਮਨਾਉਣਾ ਸਾਡੇ ਲਈ ਕਿੰਨਾ ਜ਼ਰੂਰੀ ਸੀ। ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇਨਜਸਟਿਸ ਕੀਤਾ ਸਾਡੇ ਨਾਲ, ਤੇ ਇਹ ਪੜ੍ਹ ਕੇ ਵੇਖ ਲਿਓ ਕਿ ਸਾਡਾ ਇਤਿਹਾਸ ਇਹ ਮੰਗ ਕਰਦਾ ਹੈ ਕਿ ਅਸੀਂ ਜਾ ਕੇ ਉੱਥੇ ਸਿਜਦਾ ਕਰ ਸਕੀਏ। ਕਦੇ ਕੋਈ ਨਹੀਂ ਜੀ ਹੋਇਆ, ਆਸ ਹੀ ਕੋਈ ਨਹੀਂ। ਇੱਕ ਤੁਹਾਡੇ ਬਰਾਬਰ ਤੇ ਪ੍ਰੋਗਰਾਮ ਧਾਰੋਵਾਲੀ ਚੱਲ ਰਿਹਾ, ਨਨਕਾਣਾ ਸਾਹਿਬ ਦਾ ਸ਼ਾਕਾ ਮਨਾਇਆ ਜਾ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਹਰ ਸਿੱਖ ਨੂੰ ਹੱਕ ਹੈ ਜਿੱਥੇ ਮਰਜ਼ੀ ਆਪਣੇ ਘਰ 'ਚ ਮਨਾਏ, ਆਪਣੇ ਗੁਰਦੁਆਰੇ 'ਚ ਮਨਾਏ। ਹਰ ਸਿੱਖ ਨੂੰ ਆਜ਼ਾਦੀ ਹੈ ਕਿ ਆਪਣੇ ਕਿਉਂਕਿ ਸ਼ਹੀਦ ਕਿਸੇ ਦੇ ਇੱਕ ਦਾ ਨਹੀਂ ਹੁੰਦੇ, ਸ਼ਹੀਦ ਸਭ ਦਾ ਸਰਮਾਇਆ ਹੁੰਦੇ ਆ। ਤੇ ਸ਼ਹੀਦਾਂ ਦੇ ਇਸ ਸਨਮਾਨ ਵਿੱਚ ਕੋਈ ਜਿੱਥੇ ਮਰਜ਼ੀ ਵੀ ਬੈਠਾ ਹੋਵੇ, ਸੰਸਾਰ ਦੇ ਕੋਨੇ-ਕੋਨੇ 'ਚ ਬੈਠੇ ਸਿੱਖਾਂ ਨੂੰ ਵੀ ਮੈਂ ਬੇਨਤੀ ਕਰਾਂਗੀ ਕਿ ਆਓ, ਜਿਹੜੀ ਸੰਸਥਾ ਇਹਨਾਂ ਦੇ ਸਿਰ ਤੇ ਉਸਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੀ ਮਜ਼ਬੂਤੀ ਵਾਸਤੇ, ਸ਼੍ਰੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਵਾਸਤੇ, ਉਹਦੀਆਂ ਪਰੰਪਰਾਵਾਂ ਵਾਸਤੇ, ਉਹਦੇ ਗੌਰਵਮਈ ਇਤਿਹਾਸ ਵਾਸਤੇ, ਜਿੱਥੇ ਵੀ ਬੈਠੇ ਹੋ ਅੱਜ ਦੇ ਦਿਹਾੜੇ ਤੇ ਇਕੱਠੇ ਹੋ ਕੇ ਉਹਨਾਂ ਨੂੰ ਭਾਵੇਂ ਸੋਸ਼ਲ ਮੀਡੀਆ ਤੋਂ ਦੇਖ ਕੇ, ਭਾਵੇਂ ਮੀਡੀਆ 'ਚ ਦੇਖ ਕੇ, ਭਾਵੇਂ ਅਖਬਾਰਾਂ ਰਾਹੀਂ ਦੇਖ ਕੇ ਸਿਜਦਾ ਕਰੋ, ਤਾਂ ਜੋ ਉਹਨਾਂ ਕੌਮ ਦੇ ਸ਼ਹੀਦਾਂ ਦਾ ਸਨਮਾਨ। ਕੱਲ੍ਹ ਨੂੰ ਸਾਰਾ ਖਾਲਸਾ ਪੰਥ ਪਹੁੰਚ ਰਿਹਾ। ਦੇਖੋ, ਇਹ ਕੋਈ ਸਿਆਸੀ ਰੰਗ ਨਹੀਂ ਇਹਦੇ 'ਚ। ਮੈਂ ਇਸ ਸਮਾਗਮ ਦੇ ਵਿੱਚ ਸਭ ਨੂੰ ਬੇਨਤੀ ਕੀਤੀ ਸਾਂਝੇ ਤੌਰ ਦੇ ਉੱਤੇ। ਪ੍ਰਧਾਨ ਸਾਹਿਬ ਜੀ ਦਾ ਵੀ ਫੋਨ ਆਇਆ ਸੀ ਵੀ ਕੱਲ੍ਹ ਨੂੰ ਮੈਂ ਵੀ ਸਿਜਦਾ ਕਰਨ ਆਵਾਂਗਾ, ਮੱਥਾ ਟੇਕਾਂਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹ ਆਪਣਾ ਫਰਜ਼ ਸਮਝਦੇ ਹੋਇਆ ਕੱਲ੍ਹ ਨੂੰ ਮੱਥਾ ਟੇਕਣ ਵੀ ਆਉਣਗੇ, ਬਾਣੀ ਵੀ ਸਰਵਣ ਕਰਨਗੇ। ਬਾਕੀ ਵੀ ਸਾਰੇ ਕੌਮ ਦੇ ਮਹਾਨ ਪੰਥ ਸੇਵਾਦਾਰ, ਭਾਵੇਂ ਕਿਸੇ ਵੀ ਪਾਰਟੀ ਦੇ, ਹੁਣ ਮੈਂ ਸਭਨਾਂ ਨੂੰ ਬੇਨਤੀ ਕਰਦੀ ਹੈ ਕਿ ਆਓ ਸਾਰੇ ਉਸ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰੋ। ਇਹਨਾਂ ਸਮਿਆਂ ਦੇ ਉੱਤੇ ਕੋਈ ਪਾਰਟੀਬਾਜ਼ੀ ਨਾ ਸਮਝਿਆ ਕਰੋ, ਕੋਈ ਵਿਤਕਰਾ ਨਾ ਸਮਝਿਆ ਕਰੋ, ਮਤਭੇਦ ਭੁਲਾ ਦਿਆ ਕਰੋ। ਜੇ ਅਸੀਂ ਮਤਭੇਦ ਭੁਲਾ ਕੇ ਸਿੰਘਾਂ ਨੂੰ, ਆਪਣੇ ਨੂੰ, ਸ਼ਹੀਦਾਂ ਨੂੰ ਯਾਦ ਕਰਾਂਗੇ, ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੋਏਗੀ। ਬੀਬੀ ਜੀ, ਤੁਸੀਂ ਜਿੱਦਾਂ ਪ੍ਰੋਗਰਾਮ ਤੁਸੀਂ ਕਿਹਾ ਸੀ ਕਿ ਜੇ ਨਾ ਜਾਣ ਦੀ ਇਜਾਜ਼ਤ ਮਿਲੀ ਤੇ ਅਕਾਲ ਤਖ਼ਤ ਸਾਹਿਬ ਤੇ ਵੀ ਸਵਾਗਤ ਕੀਤੇ, ਉਹਦੇ ਬਾਰੇ? ਉਹਦਾ ਅਸੀਂ ਕਰ ਰਹੇ ਹਾਂ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕੱਲ੍ਹ ਨੂੰ 21 ਨੂੰ ਇੱਥੇ ਸਮਾਪਤੀ ਕਰਕੇ 4 ਵਜੇ ਤੱਕ, 3 ਵਜੇ ਤੱਕ ਸਮਾਗਮ। ਉਸ ਤੋਂ ਬਾਅਦ ਅਸੀਂ ਸ਼ਾਮ ਦੇ ਸਮੇਂ ਦੇ ਉੱਤੇ ਅਸੀਂ ਦੀਵਾਨ ਸਜਾ ਰਹੇ ਹਾਂ, ਉੱਥੇ ਅਸੀਂ ਅਰਦਾਸ ਕਰਾਂਗੇ। ਭਾਈ ਪਿੰਦਰਪਾਲ ਸਿੰਘ ਜੀ ਵੀ ਕਥਾ ਕਰਨਗੇ, ਉੱਥੇ ਤਾਂਤੀ ਸਾਜਾ ਦਾ ਕੀਰਤਨ ਵੀ ਹੋਏਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ। ਉੱਥੇ ਅਸੀਂ ਅਰਦਾਸ, ਕਿਉਂਕਿ ਅਸੀਂ ਹੁਣ ਇਹੀ ਸਮਝਦੇ ਹਾਂ ਕਿ ਅਸੀਂ ਜੇ ਉੱਥੇ ਨਹੀਂ ਜਾ ਸਕੇ ਤੇ ਕਮ ਸੋ ਕਮ ਅਸੀਂ ਅੱਜ ਵੀ ਜਿਸ ਤਰ੍ਹਾਂ ਅਰਦਾਸ ਕੀਤੀ ਹੈ, ਕੱਲ੍ਹ ਨੂੰ ਵੀ ਇੱਥੇ ਕਰਨੀ ਹੈ, ਪਰ ਸਾਂਝੇ ਤੌਰ ਤੇ ਖਾਲਸਾ ਪੰਥ ਵੱਲੋਂ ਫਿਰ ਸ਼੍ਰੀ ਅਕਾਲ ਤਖ਼ਤ ਤੇ ਅਰਦਾਸ ਕਰਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦੀ ਹਾਂ, ਮੈਂ ਬੇਨਤੀ ਕਰਦੀ ਹਾਂ ਕਿ ਕੱਲ੍ਹ ਨੂੰ ਵੀ ਸਾਰੇ ਇੱਦਾਂ ਹੀ ਹੋਮ ਕੇ ਪੁੱਜੋ ਤੇ ਇਸ ਮਹਾਨ ਸ਼ਹੀਦਾਂ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਜਿਸ ਤਰ੍ਹਾਂ ਅੱਜ ਪਾਇਆ, ਇਸੇ ਤਰ੍ਹਾਂ ਪਾਓ। ਦੇਖੋ ਜੀ, ਸਾਡੀਆਂ ਕੋਈ ਹੱਦਾਂ ਨਹੀਂ।
ਇਹ ਖਾਲਸਾ ਪੰਥ ਜਿਹੜਾ ਆਪਣਾ ਸਭ ਤੋਂ ਮਾਣ ਸਨਮਾਨ ਵਾਲੀ ਤਖਤ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਝਦੇ ਆ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਕੀਰਤਨ ਕਰਕੇ ਉੱਥੇ ਅਰਦਾਸ ਕਰਾਂਗੇ। ਇੱਕ ਸਵਾਲ ਹੋਰ ਜ਼ਰੂਰੀ ਹੈ ਜਥੇਦਾਰ ਯਾਨੀ ਅਜੀਤ ਸਿੰਘ ਰਾਣਾ ਨੇ ਕਿਹਾ ਸੀ ਗਲਤੀ ਨੂੰ ਸੁਧਾਰਨ ਦਾ ਮੌਕਾ ਹੈਗਾ 21 ਤਰੀਕ ਉਹ ਤੇ ਹੈਗਾ ਜੀ, ਅਸੀਂ ਤਾਂ ਕਹਿੰਦੇ ਅਜੇ ਵੀ ਸੁਧਾਰ ਲੈਣ, ਅੱਜ ਵੀ ਕਹਿ ਦੇਣ, ਅਸੀਂ ਸਵੇਰੇ ਤੋੜ ਦਈਏ, ਸਵੇਰੇ ਜਾ ਕੇ ਉੱਥੇ ਜਾ ਕੇ। ਤੇ ਦੇਖੋ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਸਾਡੇ ਕੋਲ ਜਥੇ ਮੰਗੇ ਸੀ ਕੀਰਤਨ ਲਈ, ਉਹ 3 ਜਥੇ ਜਾਣੇ ਸੀ, ਨਹੀਂ ਜਾ ਸਕੇ। ਪ੍ਰਚਾਰਕ ਜਾਣੇ ਸੀ, ਨਹੀਂ ਜਾ ਸਕੇ। ਸੈਂਚੀਆਂ ਗੁਟਕੇ ਮੰਗਾਏ ਸੀ, ਉਹਨਾਂ ਨੇ ਵਾਜੇ ਤਪਲੇ ਮੰਗਾਏ ਸੀ, ਉਹ ਸਮਾਨ ਵੀ ਅਸੀਂ ਲੈ ਕੇ ਜਾਣਾ ਸੀਗਾ। ਸੋ ਉਹਨਾਂ ਦੇ ਵਿੱਚ ਆ ਜਿਹੜੇ ਵਿੱਚੇ ਰਹਿ ਗਏ, ਉੱਥੇ ਕੀਰਤਨ ਕਰਨ ਵਾਲੇ ਜਥੇ ਨਹੀਂ ਸੀ ਉਹਨਾਂ ਨੇ ਸਾਡੇ ਕੋਲ ਮੰਗ ਕੀਤੀ ਸੀ ਵੀ ਜਥੇ ਲੈ ਕੇ। ਕਾਰਨ ਦੱਸਿਆ ਕੇਂਦਰ ਸਰਕਾਰ ਨੇ, ਕਿਤੇ ਇਹ ਤਾਂ ਨਹੀਂ ਵੀ ਅਕਾਲੀ ਦਲ ਨਾਲ ਗੱਠਜੋੜ ਤੋੜ ਗਿਆ, ਕਿਸਾਨਾਂ ਦੀ ਆੜ ਦੇ ਵਿੱਚ ਤੁਹਾਨੂੰ ਨਾ ਜਾਣ ਦਿੱਤਾ ਹੋਵੇ। ਮੈਂ ਉਹਨਾਂ ਦੇ ਅੰਦਰ ਕੀ ਹੈ ਮੈਂ ਉਹ ਤਾਂ ਨਹੀਂ ਕਹਿੰਦੀ, ਪਰ ਇਹ ਮੈਂ ਜ਼ਰੂਰ ਕਹਿੰਦੀ ਹੈ ਕਿ ਉਹਨਾਂ ਨੇ ਇਹ ਕਰਕੇ ਵੱਡਾ ਸਾਡੇ ਨਾਲ ਧਰੋਹ ਕੀਤਾ ਔਰ ਸਾਡੇ ਹੱਕਾਂ ਤੇ ਛਾਪਾ ਮਾਰਿਆ। ਸਾਡੇ ਅਧਿਕਾਰ ਜਿਹੜੇ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਸੱਟ ਮਾਰੀ ਹੈ, ਸਾਡੀ ਭਾਵਨਾ ਨੂੰ ਕੁਚਲਿਆ, ਸਾਡੀ ਸ਼ਰਧਾ ਨੂੰ ਠੇਸ ਪਹੁੰਚੀ ਹੈ। ਮੈਂ ਸਮਝਦੀ ਹਾਂ ਕਿ ਭਾਰਤ ਸਰਕਾਰ ਨੂੰ ਇਹ ਕੰਨ ਖੁੱਲ੍ਹਣੇ ਚਾਹੀਦੇ ਉਹਨਾਂ ਦੇ ਕਿ ਇਹ ਸਿੱਖ ਕੌਮ ਜਿਹੜੀ ਹੈ ਬੜੀ ਮਹਾਨ ਕੌਮ ਹੈ। ਇਹਨਾਂ ਦੇ ਨਾਲ ਕਦੀ ਇਹੋ ਜਿਹੀ ਗੱਲ ਨਾ ਕਰੋ ਜਿਹਦੇ ਨਾਲ ਇਸ ਗੁਰੂ ਦੇ ਪਿਆਰ ਵਿੱਚ ਭਿੱਜੇ ਮਨਾਂ ਨੂੰ ਜੇ ਸੱਟ ਵੱਜੇਗੀ, ਚੋਟ ਵੱਜੇਗੀ ਤੇ ਉਹਨਾਂ ਦਾ ਬਹੁਤ ਹਿਰਦਾ ਜਿਹੜਾ ਕੰਬ ਜਾਂਦਾ।